ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਜੁਗ ਜੁਗ ਅਟਲ ਸਤਿਗੁਰੂ। ਗੁਰਗੱਦੀ ਤੇ ਸੁਭਾਈਮਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿਖੇ ਜੁੜ ਬੈਠੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹਾਂ। ਗੁਰੂ ਕੇ ਦਰਬਾਰ ਵਿਖੇ ਗੁਰਸੰਗਤ ਰੂਪ 'ਚ ਹਾਜ਼ਰੀਆਂ ਭਰ ਰਹੇ ਹਾਂ। ਸਮੂਹ ਲੰਘਿਆਣਾ ਪਰਿਵਾਰ ਵੱਲੋਂ ਰਲ ਮਿਲ ਕੇ ਅੱਜ ਦੇ ਦੀਵਾਨਾਂ ਦੀ ਸੇਵਾ ਹੋ ਰਹੀ ਹੈ। ਗੁਰੂ ਘਰ ਦੇ ਕੀਰਤਨੀਏ ਭਾਈ ਲਲਿਤ ਸਿੰਘ ਜੀ, ਉਹਨਾਂ ਦੇ ਸਾਥੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ। ਉਪਰੰਤ ਆਓ ਗੁਰਬਾਣੀ ਵਿਚਾਰ ਦੀ ਸਾਂਝ ਪਾਈਏ। ਸੁਖਮਨੀ ਸਾਹਿਬ ਬਾਣੀ ਦੀ ਚੱਲ ਰਹੀ ਵਿਚਾਰ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਮਨ ਕਰਕੇ ਤਨ ਕਰਕੇ ਸਾਵਧਾਨ ਇਕਾਗਰ ਹੋਵੋ। ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਦਸਮ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਅਦਬ ਸਹਿਤ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਤੋਂ ਬਖਸ਼ਿਸ਼ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਚੌਥੀ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ। ਜਿਵੇਂ ਪਿਛਲੇ ਦੀਵਾਨਾਂ 'ਚ ਆਪ ਜੀ ਨੇ ਸ਼ਰਵਣ ਵੀ ਕੀਤਾ ਹੈ ਕਿ ਇਸ ਅਸ਼ਟਪਦੀ ਅੰਦਰ ਸਤਿਗੁਰੂ ਇੱਕ ਤੇ ਸਾਡੇ ਮਨੁੱਖੀ ਸੁਭਾਅ ਦੀ ਗੱਲ ਕਰ ਰਹੇ ਹਨ। ਦੂਜੇ ਨੰਬਰ ਤੇ ਸਾਡੀ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ। ਸਾਡਾ ਮਨੁੱਖੀ ਸੁਭਾਅ ਕੀ ਹੈ? ਪਰਮੇਸ਼ਰ ਨੂੰ ਭੁਲਾ ਕੇ ਜਿਉਂਦੇ ਹਾਂ। ਚੰਗੇ ਕੰਮਾਂ ਨੂੰ ਛੱਡ ਕੇ ਬੁਰਾਈਆਂ ਵਾਲੇ ਪਾਸੇ ਸਾਡੀ ਬਹੁਤੀ ਰੁਚੀ, ਬਹੁਤਾ ਧਿਆਨ ਹੁੰਦਾ ਹੈ। ਇਹੀ ਗੱਲਾਂ ਸਤਿਗੁਰੂ ਨੇ ਇਸ ਅਸ਼ਟਪਦੀ ਅੰਦਰ ਵਰਣਨ ਕੀਤੀਆਂ ਨੇ। ਅੱਜ ਦੇ ਪਾਵਨ ਬਚਨਾਂ 'ਚ ਮਹਾਰਾਜ ਕਹਿੰਦੇ ਮਨੁੱਖ ਦਾ ਸੁਭਾਅ ਜਾਂ ਕਰਮ ਕੀ ਬਣੇ ਨੇ। ਰਤਨ ਤਿਆਗ ਕੌਡੀ ਸੰਗ ਰਚੈ। ਰਤਨ ਕੀ ਹੈ? ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ। ਰਤਨ ਹੈ ਪਰਮਾਤਮਾ ਦਾ ਨਾਮ, ਜਿਹਨੂੰ ਬਾਣੀ ਨੇ ਹੀਰਾ ਵੀ ਕਿਹਾ, ਰਤਨ ਵੀ ਕਿਹਾ, ਅਮੋਲਕ ਧਨ ਵੀ ਕਿਹਾ, ਸੱਚਾ ਧਨ ਵੀ ਕਿਹਾ। ਮਹਾਰਾਜ ਕਹਿੰਦੇ ਜਿਹੜੇ ਰਤਨ ਪਰਮੇਸ਼ਰ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਸੀ, ਉਹਦੇ ਤੋਂ ਮਨੁੱਖ ਟੁੱਟ ਗਿਆ। ਤੇ ਟੁੱਟਿਆ ਕਦੋਂ? ਜਦੋਂ ਜਨਮ ਹੋਇਆ ਉਦੋਂ ਤੋਂ ਹੀ ਟੁੱਟ ਗਿਆ। ਭਾਈ ਗੁਰਦਾਸ ਜੀ ਨੂੰ ਕਿਸੇ ਪੁੱਛਿਆ, ਜੀ ਬੱਚਾ ਜੰਮਦਾ ਹੈ ਰੋਂਦਾ ਕਿਉਂ ਹੈ? ਤੇ ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਬਚਨ ਉੱਤਰ ਦਿੱਤਾ। ਕਹਿੰਦੇ ਜਦੋਂ ਬੱਚਾ ਅਜੇ ਮਾਂ ਦੇ ਉਦਰ ਅੰਦਰ ਹੈ, ਵਾਹਿਗੁਰੂ ਦੇ ਸਿਮਰਨ 'ਚ ਜੁੜਿਆ ਹੈ। ਜਿਵੇਂ ਹੀ ਸੰਸਾਰ ਅੰਦਰ ਜਨਮ ਹੋਇਆ, ਉਹ ਸਿਮਰਨ, ਉਹ ਨਾਮ ਧਨ ਉਹਦੇ ਤੋਂ ਛੁੱਟ ਜਾਂਦਾ ਹੈ। ਮਾਇਆ ਦਾ ਪ੍ਰਭਾਵ ਪੈਂਦਾ ਹੈ, ਰੱਬ ਦਾ ਨਾਮ ਭੁੱਲ ਗਿਆ। ਹੁਣ ਉਹ ਕਹਿੰਦੇ ਰੋਵੈ ਰਤਨ ਗਵਾਏ ਕੈ, ਮਾਇਆ ਮੋਹ ਅੰਧੇਰ ਗੁਬਾਰਾ। ਹੁਣ ਉਹ ਬੱਚਾ ਕਹਿੰਦੇ ਪਰਮਾਤਮਾ ਦੇ ਨਾਮ ਰਤਨ ਦੇ ਨਾਲ ਜੁੜਿਆ ਸੀ, ਸੰਸਾਰ 'ਚ ਜਨਮ ਹੋਇਆ, ਉਹ ਰਤਨ ਨਾਮ ਤੋਂ ਟੁੱਟ ਗਿਆ, ਸੰਸਾਰ ਦੇ ਮਾਇਆ ਮੋਹ ਦੇ ਅੰਧੇਰ ਗੁਬਾਰ 'ਚ ਆ ਗਿਆ।
ਅਗਲੀ ਗੱਲ ਭਾਈ ਗੁਰਦਾਸ ਜੀ ਕਹਿੰਦੇ, ਉਹ ਰੋਵੈ ਦੁੱਖ ਆਪਣਾ, ਹੱਸ ਹੱਸ ਗਾਵੈ ਸਭ ਪਰਿਵਾਰਾ। ਬੱਚਾ ਆਪਣਾ ਦੁੱਖ ਰੋਂਦਾ ਪਿਆ ਹੈ ਤੇ ਪਰਿਵਾਰ ਵਾਲੇ ਖੁਸ਼ੀਆਂ ਮਨਾਉਂਦੇ ਪਏ ਹਨ। ਉਹ ਫਿਰ ਵੇਖੋ ਛੋਟਾ ਜਿਹਾ ਬੱਚਾ ਹੁੰਦਾ ਹੈ, ਵਧਾਈਆਂ ਦੇਣ ਵਾਲੇ ਆਉਂਦੇ ਬੱਚੇ ਨੂੰ ਦੇਖਣ ਦੇ ਲਈ, ਰਿਸ਼ਤੇਦਾਰ ਸਾਕਾ ਸੰਬੰਧੀ ਆਉਂਦੇ ਨੇ, ਬੱਚੇ ਦੇ ਛੋਟੇ ਜਿਹੇ ਹੱਥਾਂ 'ਚ ਉਹ ਪੈਸੇ ਪਕੜਾ ਦਿੰਦੇ ਹਨ। ਬੱਚੇ ਦੀ ਪਕੜ ਬੜੀ ਮਜ਼ਬੂਤ ਹੁੰਦੀ ਹੈ, ਭਾਵੇਂ ਛੋਟਾ ਹੈ। ਉਹ ਫਿਰ ਐਸੀ ਪਕੜ ਬਣਦੀ ਹੈ ਕਿ ਬੰਦਾ ਜ਼ਿੰਦਗੀ ਭੋਗ ਦਿੰਦਾ ਹੈ, ਪਰ ਉਹ ਮਾਇਆ ਦੀ ਪਕੜ ਨਹੀਂ ਛੱਡਦਾ ਹੈ। ਇਹੀ ਗੱਲ ਮਹਾਰਾਜ ਕਹਿੰਦੇ, ਚਾਹੀਦਾ ਤੇ ਇਹ ਸੀ ਕਿ ਪਰਮੇਸ਼ਰ ਦੇ ਨਾਮ ਰਤਨ ਦੇ ਨਾਲ ਜੁੜ ਕੇ ਜੀਵਨ ਲੰਘਦਾ, ਪਰ ਗੱਲ ਉਲਟੀ ਹੋ ਗਈ ਹੈ। ਇੱਥੇ ਰਤਨ ਤਿਆਗ ਕੌਡੀ ਸੰਗ ਰਚਿਆ। ਕੌਡੀ ਹੁਣ ਤਾਂ ਕਰੰਸੀ ਦੇ ਵੱਖਰੇ ਵੱਖਰੇ ਨਾਮ ਆ ਚੁੱਕੇ ਹਨ, ਪਰ ਬਹੁਤ ਪੁਰਾਣਿਆਂ ਸਮਿਆਂ ਦੇ ਵਿੱਚ ਸਾਡੇ ਪੰਜਾਬ ਹਿੰਦੁਸਤਾਨ ਦੇ ਅੰਦਰ ਜਿਹੜੀ ਸਭ ਤੋਂ ਲੋ ਕਰੰਸੀ ਸੀ ਉਹ ਸੀ ਕੌਡੀ। ਕੌਡੀ ਤੋਂ ਅੱਗੇ ਪੈਸੇ ਤੇ ਰੁਪਈਏ ਇਸ ਤਰ੍ਹਾਂ ਚੱਲਦਾ ਸੀ। ਮਹਾਰਾਜ ਕਹਿੰਦੇ ਨਾਮ ਰਤਨ ਨੂੰ ਛੱਡ ਕੇ ਬੰਦਾ ਬਿਲਕੁਲ ਕੌਡੀਆਂ ਤੇ ਡੁੱਲਿਆ ਪਿਆ ਹੈ, ਕੌਡੀਆਂ 'ਚ ਫਸਿਆ ਪਿਆ ਹੈ। ਸਾਚ ਛੋੜ ਝੂਠ ਸੰਗ ਮਚੈ। ਸੱਚ ਕੀ ਹੈ? ਪਰਮਾਤਮਾ ਦਾ ਨਾਮ, ਅਕਾਲ ਪੁਰਖ ਦੀ ਇਬਾਦਤ, ਤੇ ਬਾਕੀ ਜੋ ਮੋਹ ਪਸਾਰਾ ਹੈ ਇਹ ਝੂਠ ਹੈ। ਬੰਦੇ ਨੇ ਸੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਛੱਡਿਆ ਪਿਆ ਹੈ, ਝੂਠ 'ਚ ਫਸਿਆ ਪਿਆ ਹੈ। ਸੱਚ ਜੀਵਨ 'ਚ ਨਹੀਂ ਹੈ, ਸੱਚ ਬੋਲਾਂ 'ਚ ਨਹੀਂ ਹੈ, ਸੱਚ ਆਚਾਰ ਤੇ ਵਿਹਾਰ ਦੇ ਵਿੱਚ ਨਹੀਂ ਹੈ, ਕਿਰਦਾਰ ਦੇ ਵਿੱਚ ਨਹੀਂ ਹੈ। ਬਸ ਹਰ ਜਗ੍ਹਾ ਤੇ ਝੂਠ ਹੀ ਝੂਠ ਦੀ ਭਰਮਾਰ ਹੈ। ਬੰਦਾ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਝੂਠ ਬੋਲਦਾ ਹੈ। ਬੰਦਾ ਕਹਿੰਦਾ ਜੀ ਝੂਠ ਨਾ ਬੋਲੀਏ ਤੇ ਕਾਰੋਬਾਰ ਨਹੀਂ ਚੱਲਦਾ। ਹਜ਼ਾਰਾਂ ਤਰ੍ਹਾਂ ਦੇ ਕਾਰੋਬਾਰ ਝੂਠ ਤੇ ਖਲੋਤੇ ਪਏ ਹਨ। ਇਹਦੇ ਝੂਠ ਬੋਲ ਬੋਲ ਕੇ ਇੱਕ ਝੂਠੀ ਮਾਇਆ ਰੂਪ, ਕੌਡੀਆਂ ਰੂਪ ਮਾਇਆ ਨੂੰ ਵਿਹਾਜਣ 'ਚ ਲੱਗਿਆ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਦੋ ਸਿੱਖ ਆਏ, ਭਾਈ ਪੁਰੀਆ ਜੀ ਤੇ ਭਾਈ ਚੂੜ ਜੀ। ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ, ਕਿਉਂਕਿ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ, ਭਾਈ ਸੱਚ ਦੇ ਧਾਰਨੀ ਬਣੋ, ਸੱਚ ਬੋਲਿਆ ਕਰੋ। ਇਹ ਕਹਿਣ ਲੱਗੇ, ਮਹਾਰਾਜ, ਅਸੀਂ ਤੁਹਾਡਾ ਵਖਿਆਨ ਉਪਦੇਸ਼ ਸੁਣਿਆ ਹੈ। ਝੂਠ ਦੇ ਕੀ ਕੀ ਨੁਕਸਾਨ ਨੇ, ਸੱਚ ਦੇ ਕੀ ਕੀ ਲਾਭ ਨੇ, ਤੁਸੀਂ ਬਹੁਤ ਕੁਝ ਦੱਸਿਆ। ਪਰ ਮਹਾਰਾਜ ਵੇਖੋ, ਅਸੀਂ ਪਿੰਡ ਦੇ ਚੌਧਰੀ, ਕਾਰੋਬਾਰ ਕਰਨ ਵਾਲੇ, ਸਾਡੀ ਤੇ ਚੌਧਰ ਵੀ ਝੂਠ ਦੇ ਸਹਾਰੇ ਖੜੀ ਹੈ ਤੇ ਸਾਡੇ ਕਾਰੋਬਾਰ ਵੀ ਝੂਠ ਦੇ ਸਹਾਰੇ ਖੜੇ ਨੇ। ਵੈਸੇ ਲੀਡਰ ਲੋਕਾਂ ਦੇ ਨਾਲ ਵੀ ਇਸੇ ਤਰ੍ਹਾਂ ਆਪਾਂ ਅੱਜ ਵੀ ਵੇਂਦੇ, ਖਾਸ ਤੌਰ ਤੇ ਪੰਜਾਬ 'ਚ ਪਿਛਲੇ ਦਿਨੀ ਵੋਟਾਂ ਹੋਈਆਂ, ਝੂਠੇ ਲਾਰਿਆਂ ਤੇ ਹੀ ਸਾਰੀ ਰਾਜਨੀਤੀ ਟਿਕੀ ਹੁੰਦੀ ਹੈ। ਉਹ ਕਹਿਣ ਲੱਗੇ, ਮਹਾਰਾਜ, ਸਾਡੀ ਤੇ ਚੌਧਰ ਵੀ ਝੂਠ ਤੇ ਟਿਕੀ ਹੈ, ਸਾਡਾ ਕਾਰੋਬਾਰ ਵੀ ਝੂਠ ਤੇ ਟਿਕਿਆ, ਤੇ ਜੇ ਅਸੀਂ ਝੂਠ ਛੱਡ ਦਿੱਤਾ, ਨਾ ਚੌਧਰ ਰਹਿਣੀ ਨਾ ਕਾਰੋਬਾਰ ਰਹਿਣਾ ਹੈ। ਕੋਈ ਇਦਾਂ ਦਾ ਮਹਾਰਾਜ ਵੀ ਚਲਾ ਜਾ ਰਸਤਾ ਦੱਸੋ ਕਿ ਤੁਹਾਡੇ ਸਿੱਖ ਵੀ ਬਣੇ ਰਹੀਏ, ਸਿੱਖੀ ਵੀ ਕਮਾਉਂਦੇ ਰਹੀਏ ਤੇ ਸਾਡਾ ਕਾਰੋਬਾਰ ਵੀ ਚੱਲਦਾ ਰਵੇ, ਚੌਧਰ ਵੀ ਚੱਲਦੀ ਰਵੇ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇੱਕ ਕੰਮ ਕਰੋ, ਝੂਠ ਬੋਲਣਾ ਬੋਲ ਲਵੋ, ਪਰ ਕਰਨਾ ਕੀ ਹੈ? ਤੁਸੀਂ ਰੋਜ਼ ਸ਼ਾਮ ਨੂੰ ਗੁਰੂ ਸੰਗਤ ਦੇ ਵਿੱਚ ਹਾਜ਼ਰੀ ਭਰਨੀ ਹੈ। ਉੱਥੇ ਇੱਕ ਰਜਿਸਟਰ ਰੱਖ ਲੈਣਾ ਹੈ, ਬਿਲਕੁਲ ਇਮਾਨਦਾਰੀ ਦੇ ਨਾਲ ਦਿਨ ਭਰ ਦੇ ਲਿਖੇ ਹੋਏ ਝੂਠ ਉਹਦੇ ਤੇ ਨੋਟ ਕਰਨੇ, ਅੱਜ ਕਿੰਨੀ ਵਾਰੀ ਝੂਠ ਬੋਲਿਆ, ਰੋਜ਼ ਬਸ ਇਦਾਂ ਹੀ ਕਰਦੇ ਰਹੋ। ਉਹ ਇਤਿਹਾਸ ਕਹਿੰਦਾ ਹੈ ਕਿ ਇਹ ਕਹਿਣ ਲੱਗੇ, ਮਹਾਰਾਜ ਠੀਕ ਹੈ। ਇਹਨਾਂ ਨੇ ਫਿਰ ਉਹ ਜਦੋਂ ਆਪਣੇ ਘਰ ਗਏ, ਪਹਿਲੇ ਦਿਨ ਕਾਰ ਵਿਹਾਰ, ਜਿੱਥੇ ਦਾ ਲੱਗਿਆ ਝੂਠ ਫਰੇਬ ਝੂਠ ਬੋਲਦੇ ਰਹੇ, ਪਰ ਸ਼ਾਮੀ ਸੰਗਤ 'ਚ ਆ ਕੇ ਫਿਰ ਉਹ ਲਿਖ ਦਿੱਤਾ, ਅੰਦਾਜ਼ਨ ਅੱਜ ਇੰਨੀ ਕੁ ਵਾਰ ਝੂਠ ਬੋਲਿਆ ਹੈ, 20 ਵਾਰ 25 ਵਾਰ ਉਹ ਲਿਖ ਦਿੱਤਾ। ਦੂਜੇ ਦਿਨ ਫੇਰ ਦਿਨੇ ਆਪਣੇ ਕੰਮ ਕਾਰ 'ਚ ਲੱਗੇ ਰਹੇ, ਸ਼ਾਮੀ ਆਏ ਫੇਰ ਲਿਖਿਆ, ਤੀਜੇ ਦਿਨ ਵੀ। ਹੁਣ ਸਹਿਜੇ ਸਹਿਜੇ 2 4 10 ਦਿਨਾਂ ਬਾਅਦ ਆਪਣੇ ਲਿਖੇ ਤੇ ਸ਼ਰਮ ਆਉਣੀ ਸ਼ੁਰੂ ਹੋ ਗਈ। ਇੰਨੇ ਦਿਨ 'ਚ ਅਸੀਂ ਇੰਨੀ ਵਾਰੀ ਝੂਠ ਬੋਲਿਆ, ਇੰਨੀ ਵਾਰੀ ਝੂਠ ਬੋਲਦੇ ਹਾਂ। ਕਈ ਵਾਰ ਵੇਖੋ ਬੰਦਾ ਕਰਮ ਸੁਭਾਵਕ ਕਰੀ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ। ਫਿਰ ਜਦੋਂ ਉਹ ਬੈਠ ਕੇ ਐਨਾਲਾਈਜ਼ ਕਰੇ,
ਫਿਰ ਪਤਾ ਲੱਗਦਾ ਮੈਂ ਕੀ ਕੀਤਾ, ਮੈਂ ਕੀ ਬੋਲਿਆ, ਮੈਂ ਐਵੇਂ ਹੀ ਉੱਥੇ ਬੋਲ ਕੇ ਝਗੜਾ ਪਵਾ ਦਿੱਤਾ, ਮੈਂ ਐਵੇਂ ਹੀ ਚੁਗਲੀਆਂ ਨਿੰਦਿਆ ਬੁਰਾਈਆਂ ਕੀਤੀਆਂ। ਜੇ ਬੰਦਾ ਬੈਠ ਕੇ ਸੋਚੇ ਜੀਵਨ ਬਦਲ ਸਕਦਾ ਹੈ। ਇਸੇ ਕਰਕੇ ਗੁਰੂ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਪਰੇਸ਼ਾਨੀਆਂ ਉਦੋਂ ਹੈ ਜਦੋਂ ਆਪਾਂ ਲਾਪਰਵਾਹ ਹੋ ਕੇ ਕੰਮ ਕਰੀ ਜਾਂਦੇ ਆ, ਸੋਚਦੇ ਹੀ ਨਹੀਂ ਆ ਕੀ ਕੀਤਾ ਕੀ ਨਹੀਂ ਕੀਤਾ ਹੈ। ਮਹਾਰਾਜ ਕਹਿੰਦੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਵੇਖ। ਅਸੀਂ ਬਾਹਰ ਬੜਿਆਂ ਨੂੰ ਵੇਂਦੇ, ਸੰਸਾਰ ਨੂੰ ਵੇਂਦੇ, ਆਪਣੇ ਆਪ ਨੂੰ ਨਹੀਂ ਵੇਂਦੇ। ਸਾਡੀ ਗੱਡੀ ਉੱਥੇ ਹੀ ਖੜੀ ਰਹਿੰਦੀ ਹੈ। ਉਹ ਕਹਿੰਦੇ ਇਹਨਾਂ ਨੇ ਜਦੋਂ 10 ਕੁ ਦਿਨ ਲਿਖਿਆ ਨਾ, ਆਪਣੇ ਤੇ ਸ਼ਰਮ ਆਉਣ ਲੱਗ ਗਈ। ਹੁਣ ਜਦੋਂ ਦਿਨੇ ਝੂਠ ਬੋਲਣ ਦਾ ਸਮਾਂ ਆਉਂਦਾ, ਗੱਲ ਟਾਲਣ ਦੀ ਕੋਸ਼ਿਸ਼ ਕਰਦੇ ਨੇ ਕਿ ਜੇ ਝੂਠ ਬੋਲਣ ਤੋਂ ਬਿਨਾਂ ਹੀ ਕੰਮ ਚੱਲਦਾ ਤੇ ਚਲਾਈਏ, ਐਵੇਂ ਹੀ ਕਿਉਂ ਝੂਠ ਬੋਲਣਾ। ਕਈ ਵਾਰ ਬੜੀ ਵਾਰ ਹੁੰਦਾ, ਲੋੜ ਵੀ ਨਹੀਂ ਹੁੰਦੀ, ਬੰਦਾ ਫਿਰ ਵੀ ਬੋਲ ਦਿੰਦਾ ਹੈ। ਇਹ ਫਿਰ ਸਹਿਜੇ ਸਹਿਜੇ ਉਹ ਝੂਠ ਘਟਣਾ ਸ਼ੁਰੂ ਹੋ ਗਿਆ। ਜੇ ਪਹਿਲੇ ਦਿਨ ਇਹ ਦਿਨ 'ਚ ਕਰੀਬਨ 20 ਵਾਰੀ ਝੂਠ ਬੋਲਦੇ ਸਨ, ਮਹੀਨੇ ਕੁ ਬਾਅਦ ਬਸ 8-10 ਕੁ ਝੂਠ ਰਹਿ ਗਏ। ਸਤਿਗੁਰਾਂ ਕਿਹਾ ਸੀ ਮਹੀਨੇ ਬਾਅਦ ਉਹ ਰਜਿਸਟਰ ਲੈ ਕੇ ਸਾਡੇ ਕੋਲ ਆਇਓ। ਇਹ ਹੁਣ ਜਦੋਂ ਮਹੀਨੇ ਬਾਅਦ ਆਏ, ਮਹਾਰਾਜ ਨੇ ਵੇਖਿਆ ਪਹਿਲੇ ਦਿਨ ਦਾ ਤੇ ਮਹੀਨੇ ਬਾਅਦ ਦਾ ਬੜਾ ਫਰਕ, ਅੱਧੋ ਅੱਧ ਦਾ ਫਰਕ ਪੈ ਚੁੱਕਿਆ ਹੈ। ਸਤਿਗੁਰੂ ਕਹਿਣ ਲੱਗੇ ਇਹ ਦੱਸੋ ਕਿ ਤੁਹਾਡੀ ਚੌਧਰ ਕਾਇਮ ਹੈ ਕਿ ਨਹੀਂ ਕਾਇਮ। ਕਹਿਣ ਲੱਗੇ ਜੀ ਚੌਧਰ ਕਾਇਮ ਹੈ। ਮਹਾਰਾਜ ਕਹਿੰਦੇ ਤੁਹਾਡੇ ਕਾਰੋਬਾਰ ਚੱਲ ਰਹੇ ਨੇ ਕਿ ਘਾਟਾ ਪਿਆ। ਨਹੀਂ ਜੀ, ਕਹਿਣ ਲੱਗੇ ਕਾਰੋਬਾਰ ਵੀ ਉਸੇ ਤਰ੍ਹਾਂ ਚੱਲ ਰਹੇ ਹਨ। ਮਹਾਰਾਜ ਕਹਿਣ ਲੱਗੇ ਵੇਖੋ, ਮਹੀਨਾ ਪਹਿਲਾਂ ਤੁਸੀਂ ਦਿਨੇ 20 ਵਾਰੀ ਝੂਠ ਬੋਲਦੇ ਸੀ, ਅੱਜ 10 ਵਾਰ ਝੂਠ ਬੋਲਦੇ। ਕਾਰੋਬਾਰ ਵੀ ਉਦਾਂ ਹੀ ਚੱਲ ਰਹੇ ਨੇ ਤੇ ਚੌਧਰ ਵੀ ਉਦਾਂ ਹੀ ਚੱਲ ਰਹੀ। ਤੁਹਾਡਾ ਭੁਲੇਖਾ ਹੀ ਆ ਕਿ ਸ਼ਾਇਦ ਝੂਠ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ। ਕੰਮ ਸਾਰੇ ਹੀ ਚੱਲ ਸਕਦੇ ਨੇ ਜੇ ਬੰਦਾ ਚਲਾਉਣ ਦੀ ਕੋਸ਼ਿਸ਼ ਕਰੇ। ਹੁਣ ਮਹਾਰਾਜ ਕਹਿਣ ਲੱਗੇ ਅਗਲੇ ਮਹੀਨੇ ਵੀ ਇਸੇ ਤਰ੍ਹਾਂ ਕਰੋ। ਉਹ ਇਤਿਹਾਸ ਕਹਿੰਦਾ ਅਗਲੇ ਮਹੀਨੇ ਕਰਦਿਆਂ ਕਰਦਿਆਂ ਮਹੀਨਾ ਖਤਮ ਹੋਣ ਤੱਕ ਉਹ ਬਿਲਕੁਲ ਉਹਨਾਂ ਨੇ ਝੂਠ ਛੱਡ ਦਿੱਤਾ, ਪਰ ਕਾਰੋਬਾਰ ਤੇ ਉਹ ਚੌਧਰ ਬਿਲਕੁਲ ਉਸੇ ਤਰ੍ਹਾਂ ਚੱਲ ਰਹੀ ਸੀ। ਇਹ ਸਾਡੇ ਭੁਲੇਖੇ ਹੀ ਹੁੰਦੇ ਹਨ ਕਿ ਸ਼ਾਇਦ ਸਚਾਈ ਦੇ ਰਸਤੇ ਤੇ ਤੁਰਾਂਗੇ, ਕਿਸੇ ਸਾਥ ਨਹੀਂ ਦੇਣਾ, ਸ਼ਾਇਦ ਸਾਡੇ ਕਾਰੋਬਾਰ ਨਹੀਂ ਚੱਲਣੇ ਹਨ। ਪਰ ਜੇ ਆਪਾਂ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਠੀਕ ਹੈ ਇੱਕ ਦਿਨ ਨਹੀਂ ਬਦਲਦਾ, ਇਹ ਸਹਿਜੇ ਸਹਿਜੇ ਸੁਭਾਅ, ਕਰਮ, ਆਚਾਰ, ਵਿਹਾਰ ਬਦਲਦਾ ਹੈ। ਪਰ ਜੇ ਬੰਦਾ ਦ੍ਰਿੜ ਹੋ ਜਾਏ ਮੈਂ ਬਦਲਣਾ ਹੈ, ਫਿਰ ਬਦਲ ਸਕਦਾ, ਫਿਰ ਇਹਨੂੰ ਕੋਈ ਰੋਕ ਨਹੀਂ ਸਕਦਾ ਹੈ। ਪਰ ਮਹਾਰਾਜ ਕਹਿੰਦੇ ਸੁਭਾਅ ਕੀ ਬਣਿਆ ਪਿਆ ਹੈ, ਇੱਥੇ ਸਾਚ ਛੋੜ ਝੂਠ ਸੰਗ ਮਚੈ। ਬੰਦੇ ਨੂੰ ਅਹਿਸਾਸ ਨਹੀਂ ਹੈ, ਜਿੰਨੀ ਦੇਰ ਤੱਕ ਇੱਕ ਬਿਮਾਰ ਨੂੰ, ਇੱਕ ਰੋਗੀ ਨੂੰ ਅਹਿਸਾਸ ਨਹੀਂ ਹੈ। ਉਹ ਜਿਹੜੇ ਡਾਕਟਰ ਲੋਕ ਹਨ ਉਹ ਦੱਸਦੇ ਹਨ ਕਿ ਕਈ ਵਾਰ ਕੈਂਸਰ ਦੀ ਜਿਹੜੀ ਬਿਮਾਰੀ ਹੈ ਨਾ, ਜਿਹੜੇ ਬੰਦੇ ਨੂੰ ਲੱਗੀ, ਈਵਨ ਕਈ ਵਾਰ ਡਾਕਟਰ ਆਪ ਵੀ ਉਸ ਬਿਮਾਰੀ ਤੋਂ ਪੀੜਤ ਹੁੰਦੇ ਨੇ। ਉਹ ਕਹਿੰਦੇ ਜਿੰਨੀ ਦੇਰ ਤੀਜੀ ਚੌਥੀ ਸਟੇਜ ਤੱਕ ਉਹ ਬਿਮਾਰੀ ਪਹੁੰਚ ਨਹੀਂ ਗਈ, ਪਤਾ ਹੀ ਨਹੀਂ ਲੱਗਦਾ ਹੈ ਮੈਂ ਬਿਮਾਰ ਹਾਂ, ਉੱਦਾਂ ਹੀ ਬੰਦਾ ਚੱਲਦਾ ਰਹਿੰਦਾ। ਫਿਰ ਜਾ ਕੇ ਕੋਈ ਪ੍ਰੋਬਲਮ ਸਾਹਮਣੇ ਆਉਂਦੀ, ਪਤਾ ਹੈ ਅੰਦਰ ਇੰਨੀ ਬਿਮਾਰੀ ਵੱਧ ਚੁੱਕੀ ਹੈ। ਜਿੰਨੀ ਦੇਰ ਤੱਕ ਅਹਿਸਾਸ ਨਹੀਂ ਹੋਇਆ ਉਨੀ ਦੇਰ ਤੱਕ ਇਲਾਜ ਨਹੀਂ। ਜਦੋਂ ਸਮਝ ਲੱਗ ਗਈ ਫਿਰ ਇੱਕਦਮ ਬੰਦਾ ਇਲਾਜ ਵਾਲੇ ਪਾਸੇ ਤੁਰਦਾ ਹੈ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਸਾਨੂੰ ਸਾਡੇ ਜੀਵਨ ਦੀਆਂ ਘਾਟਾਂ ਦਾ, ਬੁਰਾਈਆਂ ਦਾ, ਅਵਗੁਣਾਂ ਦਾ ਅਹਿਸਾਸ ਨਹੀਂ ਹੈ ਨਾ, ਉਨੀ ਦੇਰ ਤੱਕ ਉਹ ਬਿਮਾਰੀ, ਉਹ ਕੂੜ, ਨਿੰਦਿਆ, ਚੁਗਲੀ, ਹੇਰਾ ਫੇਰੀ, ਠੱਗੀ ਫਰੇਬੀ ਹੁੰਦੀ ਸਾਡੇ ਅੰਦਰ ਹੀ ਹੈ, ਪਰ ਸਾਨੂੰ ਅਹਿਸਾਸ ਨਹੀਂ ਹੁੰਦਾ ਹੈ, ਫੀਲਿੰਗ ਨਹੀਂ ਹੈ। ਜਦੋਂ ਅਹਿਸਾਸ ਹੋ ਗਿਆ ਫਿਰ ਬੰਦਾ ਬਦਲ ਸਕਦਾ। ਗੁਰੂ ਕੀ ਬਾਣੀ ਸਾਨੂੰ ਅਹਿਸਾਸ ਕਰਵਾਉਂਦੀ ਹੈ ਕਿ ਆਪਣੇ ਆਪ ਨੂੰ ਵੇਖ, ਤੇਰਾ ਜੀਵਨ ਕਿੱਥੇ ਖੜਾ। ਸਾਚ ਛੋੜ ਝੂਠ ਸੰਗ ਮਚਿਆ, ਤੂੰ ਸੱਚ ਨੂੰ ਛੱਡ ਕੇ ਝੂਠ ਹੀ ਝੂਠ ਦੇ ਨਾਲ ਪਿਆਰ ਪਾ ਕੇ ਬੈਠਾ ਹੈ। ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਮਹਾਰਾਜ ਕਹਿੰਦੇ ਜਿਹੜੇ ਝੂਠੇ ਪਦਾਰਥਾਂ ਨੂੰ ਇੱਕ ਦਿਨ ਛੱਡ ਕੇ ਜਾਣਾ ਹੈ, ਇਹ ਝੂਠੇ ਪਦਾਰਥ ਕਿਸੇ ਦੇ ਨਾਲ ਨਹੀਂ ਜਾਂਦੇ ਹਨ, ਪਰ ਇਹਨਾਂ ਨੂੰ ਤੂੰ ਆਪਣਾ ਪੱਕਾ ਸਾਥੀ ਸਮਝ ਕੇ ਬੈਠਾ ਹੈ। ਪੱਕਾ ਸਾਥੀ ਗੁਰੂ ਨਾਨਕ ਮਹਾਰਾਜ ਨੇ ਦੁਨੀ ਚੰਦ ਦੇ ਨਾਲ ਜਦੋਂ ਲਾਹੌਰ ਗੱਲਬਾਤ ਹੋਈ, ਬੜੀ ਮਾਇਆ ਦੀ ਪਕੜ, ਹਰ ਗੱਲ ਦੇ ਵਿੱਚ ਮੈਂ, ਮੇਰੀ ਧਨ, ਮੇਰਾ ਦੌਲਤ, ਮੇਰੇ ਕਾਰੋਬਾਰ। ਮਹਾਰਾਜ ਨੇ ਇੱਕ ਅਹਿਸਾਸ ਕਰਵਾਉਣ ਦੇ ਲਈ ਉਹ ਸੂਈ ਦਿੱਤੀ ਸੀ ਕਿ ਅਗਲੀ ਦਰਗਾਹ 'ਚ ਲਵਾਂਗੇ। ਉਦੋਂ ਤਾਂ ਉਹਨੂੰ ਗੱਲ ਸਮਝ ਨਾ ਆਈ, ਪਰ ਘਰ ਜਾ ਕੇ ਜਦੋਂ ਘਰ ਵਾਲੀ ਦੇ ਨਾਲ ਗੱਲ ਕੀਤੀ ਫਿਰ ਉਹਨੇ ਦੱਸਿਆ ਕਿ ਕੋਈ ਸੂਈਆਂ ਵੀ ਨਾਲ ਜਾਂਦੀਆਂ ਨੇ, ਇਹ ਤੇ ਸਰੀਰ ਵੀ ਇੱਥੇ ਰਹਿ ਜਾਂਦਾ ਹੈ, ਅੱਗੇ ਕੁਝ ਨਹੀਂ ਜਾਂਦਾ ਹੈ।
ਫਿਰ ਇੱਕਦਮ ਦੁਨੀ ਚੰਦ ਨੂੰ ਸਮਝ ਆਈ ਕਿ ਗੁਰੂ ਨਾਨਕ ਜੀ ਸਮਝਾਉਣਾ ਕੀ ਚਾਹੁੰਦੇ ਸਨ ਕਿ ਜੇ ਇੱਕ ਸੂਈ ਤੱਕ ਨਾਲ ਨਹੀਂ ਜਾ ਸਕਦੀ ਹੈ ਤੇ ਫਿਰ ਬਾਕੀ ਪਦਾਰਥ ਜਿਹੜੇ ਮੈਂ ਕਹਿੰਦਾ ਹਾਂ ਮੇਰੇ ਆ ਤੇ ਹਮੇਸ਼ਾ ਮੇਰੇ ਨਾਲ ਰਹਿਣ ਵਾਲੇ, ਮੇਰੇ ਕੰਮ ਆਉਣ ਵਾਲੇ ਨੇ, ਉਹ ਸਾਥ ਕਿੱਦਾਂ ਦੇ ਸਕਦੇ ਨੇ। ਮਹਾਰਾਜ ਇਸੇ ਕਰਕੇ ਕਹਿੰਦੇ ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਹੁਣੇ ਆਪਾਂ ਸ਼ਬਦ ਕੀਰਤਨ ਵੀ ਸਰਵਣ ਕੀਤਾ, ਪ੍ਰਭ ਜੀ ਜਪਤ ਦਰਗਾ ਮਾਨ ਪਾਵੈ, ਨਾਨਕ ਪਤ ਸੇਤੀ ਘਰ ਜਾਵੇ। ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਨਾਲ ਨਿਭਦਾ ਤੇ ਜਿਸ ਨਾਮ ਕਰਕੇ ਵਾਹਿਗੁਰੂ ਦੀ ਦਰਗਾਹ 'ਚ ਮਾਣ ਮਿਲਦਾ ਹੈ। ਪਰ ਮਹਾਰਾਜ ਕਹਿੰਦੇ ਜੀਵ ਦੀ ਹਾਲਤ ਕੀ ਹੈ, ਜਿਹੜੇ ਤੇ ਕੂੜ ਕਬਾੜ ਨੂੰ ਛੱਡਣਾ ਚਾਹੀਦਾ ਸੀ ਉਹਨੂੰ ਬੰਦਾ ਸੰਭਾਲ ਕੇ ਬੈਠਾ ਹੈ, ਤੇ ਜਿਹੜਾ ਵਾਹਿਗੁਰੂ ਦਾ ਨਾਮ ਸੰਭਾਲਣਾ ਚਾਹੀਦਾ ਸੀ ਉਹਨੂੰ ਛੱਡਿਆ ਪਿਆ ਹੈ। ਜੋ ਹੋਵਨ ਸੋ ਦੂਰ ਪਰਾਨੈ, ਜੋ ਹੋਣਾ ਹੈ, ਜਿਹੜੀ ਮੌਤ ਨੇ ਇੱਕ ਦਿਨ ਹੋਣਾ ਹੀ ਹੋਣਾ ਹੈ, ਉਹ ਬੰਦਾ ਮੌਤ ਨੂੰ ਦੂਰ ਸਮਝ ਕੇ ਬੈਠਾ ਹੈ, ਮੌਤ ਨੂੰ ਭੁਲਾ ਕੇ ਬੈਠਾ, ਵਿਸਾਰ ਕੇ ਬੈਠਾ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਜਿਹੜੇ ਪਦਾਰਥਾਂ ਨੇ ਸਾਥ ਛੱਡ ਦੇਣਾ ਹੈ ਉਹਨਾਂ ਪਦਾਰਥਾਂ ਦੇ ਲਈ ਤੇ ਬੰਦਾ ਬਹੁਤ ਮਿਹਨਤ ਕਰਦਾ ਹੈ, ਦਿਨ ਰਾਤ ਮਿਹਨਤ ਭੱਜ ਦੌੜ ਉਹਨਾਂ ਪਦਾਰਥਾਂ ਦੇ ਲਈ ਜਿਨ੍ਹਾਂ ਸਾਥ ਛੱਡ ਦੇਣਾ। ਪਰ ਸੰਗ ਸਹਾਈ ਤਿਸ ਪਰ ਹਰੈ, ਜਿਹੜੇ ਵਾਹਿਗੁਰੂ ਦੇ ਨਾਮ ਨੇ ਨਾਲ ਜਾਣਾ ਹੈ ਉਸ ਨਾਮ ਧਨ ਨੂੰ ਬੰਦਾ ਭੁਲਾ ਕੇ ਬੈਠਾ। ਗੁਰੂ ਕਹਿੰਦੇ ਤੂੰ ਕਿਰਤ ਵੀ ਕਰ, ਧਨ ਵੀ ਕਮਾ, ਪਰ ਚੇਤੇ ਰੱਖ ਕੇ ਜਿਹੜਾ ਸੰਗ ਸਹਾਈ ਨਾਮ ਧਨ ਹੈ ਉਹਦੇ ਵਾਲੇ ਪਾਸੇ ਤੋਂ ਅਵੇਸਲਾ ਨਾ ਹੋ। ਗੁਰੂ ਨੇ ਵੇਖੋ ਇੱਕ ਤੇ ਗੁਰੂ ਦਾ ਉਪਦੇਸ਼ ਹੈ ਨਾ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਦੇ ਨਾਲ ਕਿਰਤ ਵਿਰਤ ਕਰ, ਪਰ ਚਿੱਤ ਕਰਤਾਰ ਚ ਨਿਰੰਕਾਰ ਚ ਜੋੜ ਕੇ ਰੱਖ। ਜੇ ਸਾਡਾ ਚਿੱਤ ਪਰਮੇਸ਼ਰ ਚ ਜੁੜਿਆ ਹੋਵੇਗਾ, ਹੱਥੀਂ ਕੀਤੀ ਜਾ ਰਹੀ ਕਿਰਤ ਵੀ ਧਰਮ ਵਾਲੀ ਕਿਰਤ ਹੋਏਗੀ, ਤੇ ਜੇ ਚਿੱਤ ਚ ਰੱਬ ਨਹੀਂ ਹੈ ਤੇ ਫਿਰ ਕਿਰਤ ਚ ਵੀ ਬੇਈਮਾਨੀ ਹੋ ਸਕਦੀ ਹੈ। 2 ਵਕਤ ਦਾ ਸਤਿਗੁਰੂ ਨੇ ਸਾਨੂੰ ਉਚੇਚਾ ਸਮਾਂ ਬਖਸ਼ਿਆ ਕਿ ਅੰਮ੍ਰਿਤ ਵੇਲੇ ਨੂੰ ਸੰਭਾਲੋ ਤੇ ਰਾਤਰੀ ਸ਼ਾਮਾਂ ਵੇਲੇ ਸੰਭਾਲ ਕੇ ਸਤ ਸੰਗਤ ਦੇ ਵਿੱਚ ਜੁੜੋ। ਗੁਰਸਿੱਖ ਰਹਿਤ ਸੁਣੋ ਮੇਰੇ ਮੀਤ, ਉਠ ਪ੍ਰਭਾਤੇ ਕਰ ਹਿਤ ਚੀਤ, ਸੰਧਿਆ ਸਮੇਂ ਸੁਣੇ ਰਹਿ ਰਾਸ, ਕੀਰਤਨ ਕਥਾ ਸੁਣੇ ਹਰ ਜਾਸ। ਇਹ 2 ਗੁਰੂ ਨੇ ਸਮੇਂ ਮੁਕਰਰ ਕੀਤੇ ਨੇ ਸਾਡੇ ਲਈ ਉਚੇਚੇ ਸੰਗਤ ਦੇ ਬੰਦਗੀ ਦੇ, ਉਹਦੇ ਤੋਂ ਬਿਨਾਂ ਬਾਕੀ ਮਹਾਰਾਜ ਕਹਿੰਦੇ ਜਿਹੜੇ ਤੇਰੇ ਬਾਕੀ ਦਾ ਪੈਰ ਸਮੇਂ ਹੈ ਉਹ ਤੂੰ ਆਪਣੀ ਕਿਰਤ ਵਿਰਤ ਦੇ ਵਿੱਚ ਜੁੜਿਆ ਰਹਿ। ਭਾਵ ਕਿਰਤ ਕਰਨ ਦਾ ਵੀ ਉਪਦੇਸ਼ ਹੈ, ਬੰਦਗੀ ਦਾ ਵੀ। ਹੁਣ ਅਸੀਂ ਕਿਰਤ ਧੰਦੇ ਤਾਂ ਕਮਾਉਂਦੇ ਹਾਂ, ਪਰ ਜਿਹੜੇ ਬੰਦਗੀ ਦੇ ਪੈਰ ਗੁਰੂ ਨੇ ਬਖਸ਼ਿਸ਼ ਕੀਤੇ ਹਨ ਉਹ ਅਸੀਂ ਉਹਨਾਂ ਸਮਿਆਂ ਦੇ ਵਿੱਚ ਵਾਹਿਗੁਰੂ ਦੇ ਨਾਲ, ਗੁਰਬਾਣੀ ਦੇ ਨਾਲ ਨਹੀਂ ਜੁੜਦੇ। ਮਹਾਰਾਜ ਇਸੇ ਕਰਕੇ ਕਹਿੰਦੇ ਸੰਗ ਸਹਾਈ ਤਿਸ ਪਰ ਹਰੈ, ਜਿਹੜਾ ਨਾਮ ਧਨ ਸਹਾਈ ਹੋਣ ਵਾਲਾ ਹੈ ਉਹਦੇ ਤੋਂ ਬੰਦਾ ਮੂੰਹ ਮੋੜ ਕੇ ਬੈਠਾ ਹੈ। ਚੰਦਨ ਲੇਪ ਉਤਾਰੈ ਧੋਏ, ਮਹਾਰਾਜ ਕਹਿੰਦੇ ਬੰਦੇ ਦੀ ਹਾਲਤ ਕੀ ਬਣੀ ਹੈ। ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਰਦਬ ਦਾ ਮਤਲਬ ਹੈ ਗਧਾ। ਹੁਣ ਮਹਾਰਾਜ ਕਹਿੰਦੇ ਗਧੇ ਦੇ ਸਰੀਰ ਤੇ ਜੇ ਚੰਦਨ ਦਾ ਲੇਪ ਲਗਾਓ ਨਾ, ਬੜਾ ਸੋਹਣਾ ਸੁਗੰਧੀ ਵਾਲੇ ਪਦਾਰਥ ਉਹ ਉਤਾਰ ਦਵੇਗਾ, ਉਹ ਲੇਪ ਲੱਗਿਆ ਨਹੀਂ ਰਹਿਣ ਦਵੇਗਾ। ਉਹ ਗਰਦਬ ਪ੍ਰੀਤ ਭਸਮ ਸੰਗ ਹੋਏ, ਗਧੇ ਦੀ ਪ੍ਰੀਤ ਮਿੱਟੀ ਧੂੜ ਖੇ ਦੇ ਨਾਲ ਹੈ, ਉਹਨੇ ਫਿਰ ਆਪਣੇ ਪਿੰਡੇ ਤੇ ਮਿੱਟੀ ਧੂੜ ਖੇ ਗੰਦਗੀ ਹੀ ਮੜ ਲੈਣੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਬੰਦੇ ਦੀ ਹਾਲਤ ਹੈ, ਇਹਨੂੰ ਨਾਮ ਦਾ ਧਰਮ ਦਾ ਉਪਦੇਸ਼ ਦਵੋ। ਇਹ ਨਾਮ ਸੁਣਤ ਜਨ ਬਿਛੂ ਡਸਾਨਾ, ਉਧਰ ਚੰਗਿਆਈ ਆਲਕ ਕਰੇ, ਆਲਸੀ ਬਣ ਜਾਂਦਾ ਹੈ। ਪਰ ਬੁਰੇ ਕਾਮ ਕੋ ਉੱਠ ਖਲੋਇਆ, ਬੁਰੇ ਕੰਮਾਂ ਦੇ ਲਈ ਇਹ ਤਿਆਰ ਬਰ ਤਿਆਰ ਹੈ। ਇੱਕ ਜਗ੍ਹਾ ਸਤਿਗੁਰੂ ਨੇ ਮੱਖੀ ਦੀ ਵੀ ਉਦਾਹਰਣ ਦਿੱਤੀ ਹੈ, ਇੱਲ ਦੀ ਉਦਾਹਰਣ ਦਿੱਤੀ। ਕਹਿੰਦੇ ਉੱਡਦੀ ਉੱਡਦੀ ਦੈਂ ਦਿਸ਼ਾ ਜਲ ਪਰਬਤ ਬਨ ਰਾਏ, ਅਸਮਾਨ ਤੇ ਕਹਿੰਦੇ ਇੱਲ ਉਡਾਰੀਆਂ ਮਾਰਦੀ ਹੈ। ਜਦੋਂ ਅਸਮਾਨ ਤੇ ਉੱਡ ਰਹੀ ਹੁੰਦੀ ਹੈ ਤੇ ਹੇਠਾਂ ਮਹਾਰਾਜ ਕਹਿੰਦੇ ਸੋਹਣੀਆਂ ਸੋਹਣੀਆਂ ਇਮਾਰਤਾਂ ਹੁੰਦੀਆਂ ਨੇ, ਪਰ ਇੱਲ ਕਿਸੇ ਸੋਹਣੀ ਇਮਾਰਤ ਤੇ ਨਹੀਂ ਬਹਿੰਦੀ। ਸੋਹਣੇ ਸੋਹਣੇ ਬਾਗ ਬਗੀਚੇ ਪਾਰਕ ਹੁੰਦੇ ਨੇ, ਇੱਲ ਕਿਸੇ ਸੋਹਣੇ ਬਾਗ ਬਗੀਚੇ 'ਚ ਕਿਸੇ ਸੋਹਣੇ ਫੁੱਲਾਂ ਵਾਲੇ ਬੂਟੇ ਤੇ ਆ ਕੇ ਨਹੀਂ ਬਹਿੰਦੀ ਹੈ। ਉਹ ਕਿੱਥੇ ਬਹਿੰਦੀ ਹੈ? ਮਹਾਰਾਜ ਕਹਿੰਦੇ ਉੱਡਦੀ ਉੱਡਦੀ ਦੈਂ ਦਿਸ਼ਾ ਜਲ ਪਰਬਤ ਬਨ ਰਾਏ, ਜਿੱਥੇ ਡਿਠੋ ਮਿਰਤ ਕੋ ਇੱਲ ਬੈਠੀ ਆਏ।
ਜਿੱਥੇ ਮਰਿਆ ਜਾਨਵਰ ਵੇਖੂਗੀ ਇੱਲ ਨੇ ਉੱਥੇ ਹੀ ਜਾ ਕੇ ਬਹਿਣਾ ਹੈ। ਜਿਵੇਂ ਗਧੇ ਦੀ ਪ੍ਰੀਤ ਚੰਦਨ ਦੇ ਨਾਲ ਨਹੀਂ ਹੈ, ਗੰਦਗੀ ਦੇ ਨਾਲ ਹੈ। ਇੱਲ ਦੀ ਪ੍ਰੀਤ ਸੋਹਣੇ ਫੁੱਲ ਬੂਟਿਆਂ ਬਗੀਚਿਆਂ ਦੇ ਨਾਲ ਨਹੀਂ ਹੈ, ਮਰੇ ਜਾਨਵਰ ਦੇ ਨਾਲ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਇਹ ਸਾਕਤ ਬੰਦੇ ਦੀ ਹਾਲਤ ਵੀ ਰੱਬ ਦੀ ਬੰਦਗੀ ਦੇ ਨਾਲ ਨਹੀਂ ਜੁੜਦਾ ਹੈ, ਬੁਰਾਈਆਂ ਵਾਲੇ ਪਾਸੇ ਜੁੜਦਾ ਹੈ। ਇੱਕ ਕਬੀਰ ਸਾਹਿਬ ਦਾ ਬਚਨ ਵੀ ਆ, ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਮਾਖੀ ਚੰਦਨ ਪਰ ਹਰੈ ਜੈ ਬਿਗੰਧ ਤੈ ਜਾਏ। ਉਹ ਕਹਿੰਦੇ ਮੱਖੀ ਵੀ ਇਸੇ ਤਰ੍ਹਾਂ ਕਰਦੀ ਹੈ, ਸੋਹਣੀ ਜਗ੍ਹਾ ਤੇ ਸੁਗੰਧੀ ਵਾਲੀ ਜਗ੍ਹਾ ਤੇ ਨਹੀਂ ਬੈਠੇਗੀ, ਗੰਦਗੀ ਤੇ ਜਾ ਕੇ ਬੈਠੇਗੀ। ਇਸੇ ਤਰ੍ਹਾਂ ਮਨਮੁਖ ਜੀਵ ਦੀ ਹਾਲਤ ਹੈ। ਅੰਧਕੂਪ ਮੈਂ ਪਤਿਤ ਬਿਕਰਾਲ। ਮਹਾਰਾਜ ਕਹਿੰਦੇ ਇਹ ਪਤਿਤ ਬਿਰਤੀ ਵਾਲਾ ਰੱਬ ਤੋਂ ਟੁੱਟਿਆ ਹੋਇਆ ਜੀਵ ਵਿਸ਼ਿਆਂ ਵਿਕਾਰਾਂ ਅਵਗੁਣਾਂ ਦੇ ਅੰਧ ਖੂਹ ਦੇ ਵਿੱਚ ਡਿੱਗਿਆ ਹੋਇਆ ਹੈ। ਜੋ ਹੁਣ ਤੱਕ ਮਹਾਰਾਜ ਜੀ ਨੇ ਵਰਣਨ ਕੀਤਾ, ਮਹਾਰਾਜ ਕਹਿੰਦੇ ਇਹ ਸਾਰਾ ਕੁਝ ਮਨੁੱਖ ਦਾ ਜੀਵਨ ਹੈ। ਰਤਨ ਛੱਡ ਕੇ ਕੌਡੀ 'ਚ ਰਚਿਆ, ਸੱਚ ਛੱਡ ਕੇ ਝੂਠ 'ਚ ਫਸਿਆ। ਜੋ ਛੱਡਣ ਵਾਲੇ ਪਦਾਰਥ ਹਨ ਉਹਨਾਂ ਦੀ ਪਕੜ ਹੈ। ਜਿਹੜਾ ਸੰਗ ਸਹਾਈ ਹੋਣ ਵਾਲਾ ਅਕਾਲ ਪੁਰਖ ਦਾ ਨਾਮ ਹੈ ਉਹ ਭੁਲਾ ਕੇ ਬੈਠਾ ਹੈ। ਅੰਧਕੂਪ ਮੈਂ ਪਤਿਤ ਬਿਕਰਾਲ। ਇਹ ਜੀਵ ਵਿਸ਼ਿਆਂ ਵਿਕਾਰਾਂ ਦੇ ਹਨੇਰ ਖੂਹ 'ਚ ਡਿੱਗਿਆ ਪਿਆ ਹੈ। ਪਰ ਗੁਰੂ ਦੀ ਦਇਆ ਦ੍ਰਿਸ਼ਟੀ ਵੇਖੋ, ਫੇਰ ਸਾਡੀ ਇੱਕ ਸਿਫਾਰਿਸ਼ ਅਕਾਲ ਪੁਰਖ ਵਾਹਿਗੁਰੂ ਅੱਗੇ ਕਰਦੇ ਹਨ ਕਿ ਨਾਨਕ ਕਾਢ ਲਿਹੋ ਪ੍ਰਭ ਦਿਆਲ। ਹੇ ਵਾਹਿਗੁਰੂ ਜੀ, ਜੀਵ ਦੀ ਬੰਦੇ ਦੀ ਤੇ ਇਹ ਹਾਲਤ ਬਣੀ ਪਈ, ਇਹ ਤੇ ਅੰਧ ਖੂਹ 'ਚ ਡਿੱਗਿਆ ਪਿਆ ਹੈ। ਪਰ ਤੁਸੀਂ ਤੇ ਦਿਆਲੂ ਹੋ ਨਾ, ਤੁਸੀਂ ਤੇ ਕਿਰਪਾਲੂ ਹੋ, ਤੁਸੀਂ ਤੇ ਪਰਉਪਕਾਰੀ ਹੋ, ਤਰਸ ਕਰਨ ਵਾਲੇ ਹੋ। ਨਾਨਕ ਕਾਢ ਲਿਹੋ ਪ੍ਰਭ ਦਿਆਲ। ਹੇ ਦਿਆਲੂ ਵਾਹਿਗੁਰੂ ਜੀ, ਤੁਸੀਂ ਮਿਹਰ ਕਰੋ। ਇਹ ਅੰਧਕੂਪ ਵਿਸ਼ਿਆਂ ਵਿਕਾਰਾਂ ਦੇ ਖੂਹ ਦੇ ਵਿੱਚ ਡਿੱਗੇ ਹੋਏ ਨੂੰ ਆਪ ਆਪਣਾ ਮਿਹਰਾਂ ਭਰਿਆ ਹੱਥ ਦੇ ਕੇ ਕੱਢ ਲਵੋ, ਬਚਾ ਲਵੋ, ਰੱਖ ਲਵੋ। ਇਹ ਉਪਦੇਸ਼ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਪਾਵਨ ਬਚਨਾਂ 'ਚ ਕਰ ਰਹੇ ਨੇ। ਅਸੀਂ ਆਪ ਯਤਨ ਕਰੀਏ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸਮਝ ਕੇ ਹਿਰਦੇ 'ਚ ਵਸਾ ਕੇ ਜੀਵਨ 'ਚ ਕਮਾਉਣ ਦੀ ਸੱਚ ਦੇ ਧਾਰਨੀ ਬਣੀਏ। ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ 'ਚ ਜੁੜੀਏ, ਸੱਚੇ ਰਾਹ ਤੇ ਤੁਰੀਏ, ਗੁਰਮਤਿ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ, ਰਹਿਤਾਂ ਬਹਿਤਾਂ 'ਚ ਪਰਪੱਕ ਹੋਈਏ, ਗੁਰੂ ਕੀਆਂ ਖੁਸ਼ੀਆਂ ਮਿਲਣ ਜੀਵਨ ਸਫਲ ਹੋਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਦਬ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋਂ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ,
ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵ ਸਦਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ।